ਇਹ ਕਹਾਣੀ ਹੈ ਵਿਸ਼ਵਾਸ ਦੀ, ਸ਼ਰਧਾ ਦੀ। ਇੱਕ ਮੁਸਲਮਾਨ ਹੋਇਆ ਜੋ 5 ਨਮਾਜ਼ੀ ਸੀ ਤੇ ਆਪਣੇ ਅੱਲਾ ਤੇ ਬਹੁਤ ਭਰੋਸਾ ਕਰਦਾ, ਈਮਾਨਦਾਰੀ ਨਾਲ ਆਪਣਾ ਕੰਮ ਕਰਦਾ, 5 ਵੇਲੇ ਨਮਾਜ਼ ਪੜ੍ਹਦਾ। ਲੇਕਿਨ ਉਸਦੇ ਹਾਲਾਤ ਅੱਛੇ ਨਹੀਂ ਹੋ ਰਹੇ ਸੀ। ਇੱਕ ਵਾਰੀ ਉਹ ਸੰਤ ਜੀ ਨਾਲ ਮੁਲਾਕਾਤ ਹੋ ਗਈ। ਕਹਿਣ ਲੱਗਾ, ਮੈਂ 5 ਵਾਰ ਨਮਾਜ਼ ਪੜ੍ਹਦਾ ਹਾਂ, ਫਿਰ ਵੀ ਮੈਨੂੰ 2 ਵਕਤ ਦੀ ਰੋਟੀ ਕਮਾਣੀ ਵੀ ਮੁਸ਼ਕਲ ਹੋ ਜਾਂਦੀ ਹੈ। ਬੱਚੇ ਭੁੱਖ ਨਾਲ ਮਰਦੇ ਹਨ, ਕੋਈ ਉਪਾਅ ਦੱਸੋ। ਸੰਤ ਜੀ ਕਹਿਣ ਲੱਗੇ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਮੇਰਾ ਉਹ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ। ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਹਰ ਇੱਕ ਸਾਹ ਦੇ ਨਾਲ ਸਾਡੀ ਸੰਭਾਲਣਾ ਕਰਦਾ ਹੈ। ਉਸ ਨੂੰ ਕਦੇ ਵੀ ਨਹੀਂ ਭੁਲਾਣਾ। ਉਹ ਮੁਸਲਮਾਨ ਕਹਿਣ ਲੱਗਾ, ਤੁਸੀਂ ਮੈਨੂੰ ਹੋਰ ਕੋਈ ਉਪਾਅ ਵੀ ਦੱਸੋ। ਕੋਈ ਐਸਾ ਮੰਤਰ ਦੱਸੋ ਜਿਸਦੇ ਜਪਣ ਨਾਲ ਮੇਰੇ ਦਿਨ ਸਿੱਧੇ ਹੋ ਜਾਣ। ਸੰਤ ਜੀ ਕਹਿਣ ਲੱਗੇ, ਜਿੱਥੇ ਤੂੰ ਆਪਣੀ ਬਾਣੀ ਪੜ੍ਹਦਾ ਹੈ, ਆਪਣੇ ਅੱਲਾ ਦੇ ਨਾਮ ਦੀ ਨਮਾਜ਼ ਪੜ੍ਹਦਾ ਹੈ, ਉਸ ਦੇ ਨਾਲ ਨਾਲ ਮੈਂ ਤੈਨੂੰ ਸੁਖਮਨੀ ਸਾਹਿਬ ਦੀਆਂ 2 ਤੁਕਾਂ ਦਿੰਦਾ ਹਾਂ। ਤੂੰ ਉਹ ਜਾਪ ਕਰਿਆ ਕਰ, ਉੱਠਦੇ ਬੈਠਦੇ ਹਰ ਵੇਲੇ। ਸੰਤ ਜੀ ਨੇ ਉਸ ਨੂੰ ਦੱਸਿਆ, ਤੂੰ ਜਾਪ ਕਰਨਾ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ। ਹਰ ਵੇਲੇ ਇਸ ਦਾ ਜਾਪ ਕਰਨਾ ਹੈ। ਤਾਂ ਉਹ ਮੁਸਲਮਾਨ ਆਪਣੀ 5 ਦਫਾ ਦੀ ਨਮਾਜ਼ ਪੜ੍ਹਦਾ, ਔਰ ਉਸ ਤੋਂ ਇਲਾਵਾ ਹਰ ਵੇਲੇ ਕਿਤੇ ਵੀ ਹੋਵੇ ਉਸ ਦੇ ਮਨ ਵਿੱਚ ਇਹ ਧਾਰਨਾ ਬਣ ਗਈ, ਔਰ ਇਹ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਇਹ ਜਾਪ ਕਰਨਾ ਉਸਨੇ ਸ਼ੁਰੂ ਕਰ ਦਿੱਤਾ। ਕੁਝ ਸਮਾਂ ਬੀਤਿਆ। ਉਹ ਇੱਕ ਜ਼ਮੀਨਦਾਰ ਦੇ ਕੋਲ ਤਿਹਾਰੀ ਦਾ ਕੰਮ ਕਰ ਰਿਹਾ ਸੀ। ਜ਼ਮੀਨਦਾਰ ਨੇ ਦੇਖਿਆ ਬਾਕੀ ਜੋ ਹਨ ਮੁਲਾਜ਼ਮ ਉਹ ਕਾਮ ਚੋਰ ਹਨ, ਲੇਕਿਨ ਇਹ ਮੁਸਲਮਾਨ ਮਨ ਲਗਾ ਕੇ ਕੰਮ ਕਰਦਾ ਹੈ, 5 ਦਫਾ ਦਾ ਨਮਾਜ਼ੀ ਵੀ ਹੈ, ਔਰ ਇਸ ਦੇ ਇਲਾਵਾ ਵੀ ਗੁਰਬਾਣੀ ਦਾ ਜਾਪ ਕਰਦਾ ਰਹਿੰਦਾ ਹੈ। ਤਾਂ ਉਸ ਨੂੰ ਉਸ ਮੁਸਲਮਾਨ ਤੇ ਕੁਝ ਭਰੋਸਾ ਹੋ ਗਿਆ। ਉਸ ਨੂੰ ਬੁਲਾਇਆ ਔਰ ਕਹਿਣ ਲੱਗਾ, ਹੁਣ ਮੇਰੀ ਹਾਲਤ ਠੀਕ ਨਹੀਂ, ਮੈਂ ਆਪਣੀ ਜ਼ਮੀਨ ਨੂੰ ਨਹੀਂ ਵਾਹ ਸਕਦਾ, ਤੂੰ ਮੇਰੇ ਲਈ ਕੰਮ ਕਰਿਆ ਕਰ। ਉਸ ਦਾ ਹਿਸਾਬ ਲਗਾ ਕੇ ਤੂੰ ਕਿਤਨੀ ਤਿਹਾਰੀ ਬੰਦੀ ਹੈ, ਸਾਰਾ ਹਿਸਾਬ ਲਗਾ ਕੇ ਕਹਿਣ ਲੱਗਾ, ਜਿਤਨਾ ਤੇਰਾ ਬੰਦਾ ਹੈ ਉਸ ਤੋਂ ਮੈਂ ਤੈਨੂੰ ਜ਼ਿਆਦਾ ਦਿਆਂਗਾ। ਮੇਰੀ ਜ਼ਮੀਨ ਤੂੰ ਵਾਇਆ ਕਰ, ਮੁਨਾਫੇ ਦਾ 10% ਤੈਨੂੰ ਦੇਵਾਂਗਾ। ਤਾਂ ਉਹ ਮੁਸਲਮਾਨ ਖੁਸ਼ੀ ਖੁਸ਼ੀ ਮੰਨ ਗਿਆ ਔਰ ਆਪਣੇ ਕੰਮ ਵਿੱਚ ਲੀਨ ਹੋ ਗਿਆ। ਹਰ ਸਮੇਂ ਉਹ ਗੁਰਬਾਣੀ ਪੜ੍ਹਦਾ ਰਹਿੰਦਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ। ਦੇਖਦੇ ਹੀ ਦੇਖਦੇ ਸਮਾਂ ਬੀਤਿਆ, ਫਸਲ ਤਿਆਰ ਹੋਈ ਤਾਂ ਜ਼ਮੀਨਦਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਇਸ ਵਾਰ ਫਸਲ ਅੱਗੇ ਤੋਂ ਦੁੱਗਣੀ ਹੋਈ ਸੀ। ਤਾਂ ਜ਼ਮੀਨਦਾਰ ਨੇ ਖੁਸ਼ੀ ਖੁਸ਼ੀ ਉਸ ਨੂੰ ਆਪਣਾ 10% ਹਿੱਸਾ ਦਿੱਤਾ, ਔਰ ਆਪਣੇ ਤੋਂ ਕੁਝ ਹੋਰ ਵੀ ਦਿੱਤਾ, ਕਿਉਂਕਿ ਇਸ ਵਾਰ ਉਸ ਦੀ ਆਮਦਨ ਵੀ ਦੁੱਗਣੀ ਹੋਈ ਸੀ। ਇਸੇ ਤਰ੍ਹਾਂ ਕੁਝ ਸਾਲ ਬੀਤੇ ਤਾਂ ਉਸ ਮੁਸਲਮਾਨ ਪਾਸ ਕੁਝ ਦੌਲਤ ਇਕੱਠੀ ਹੋ ਗਈ। ਤਾਂ ਉਸਨੇ ਜ਼ਮੀਨ ਦਾ ਟੁਕੜਾ ਖਰੀਦ ਲਿਆ ਔਰ ਉੱਥੇ ਵੀ इसी तरह फसल बान लगा।
ਜਿੱਥੇ ਉਸ ਨੂੰ ਜ਼ਮੀਨਦਾਰ ਦੀ ਫਸਲ ਵਿੱਚੋਂ 10% ਮਿਲਦਾ, ਉੱਥੇ ਆਪਣੇ ਖੇਤ ਵਿੱਚੋਂ ਸਾਰੀ ਫਸਲ ਉਸ ਨੂੰ ਮਿਲਦੀ। ਇਸ ਕਾਰਨ ਉਸ ਦੀ ਆਮਦਨੀ ਵਧਣਾ ਸ਼ੁਰੂ ਹੋ ਗਈ ਔਰ ਉਸਨੇ ਅਗਲੇ ਸਾਲ ਹੋਰ ਜ਼ਮੀਨ ਖਰੀਦੀ ਔਰ ਇसी ਤਰ੍ਹਾਂ ਕੁਝ ਸਾਲਾਂ ਵਿੱਚ ਉਹ ਕਾਫੀ ਸਾਰੀ ਜ਼ਮੀਨ ਦਾ ਮਾਲਕ ਬਣ ਗਿਆ ਔਰ ਉਸੇ ਪਿੰਡ ਵਿੱਚ ਜ਼ਮੀਨਦਾਰ ਬਣ ਗਿਆ। ਤਾਂ ਇੱਕ ਦਿਨ ਉਹ ਸੰਤ ਜੀ ਪਾਸ ਫਿਰ ਆਇਆ, ਚਰਨ ਬੰਦਨਾ ਕੀਤੀ, ਕਹਿਣ ਲਗਾ, ਤੁਸੀਂ ਮੈਨੂੰ ਰਾਹ ਦੱਸਿਆ ਸੀ, ਆਪ ਜੀ ਦਾ ਬੜਾ ਸ਼ੁਕਰੀਆ। ਤੁਸੀਂ ਮੇਰਾ ਲੋਕ ਤਾਂ ਸਵਾਰ ਦਿੱਤਾ, ਹੁਣ ਤੁਸੀਂ ਮੇਰੇ ਤੇ ਮਿਹਰ ਕਰੋ, ਮੇਰਾ ਪਰਲੋਕ ਸਵਾਰੋ, ਮੈਨੂੰ ਕੋਈ ਹੋਰ ਮੰਤਰ ਦਿਓ। ਤਾਂ ਸੰਤ ਜੀ ਨੇ ਉਸ ਨੂੰ ਕਿਹਾ, ਜਿੱਥੇ ਤੂੰ ਪਹਿਲਾਂ ਇਹ ਸਿਮਰਨ ਕਰਦਾ ਸੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਹੁਣ ਇਸ ਦੇ ਨਾਲ ਨਾਲ ਤੂੰ ਇਹ ਵੀ ਜਾਪ ਕਰਨਾ ਹੈ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਕਰਨ ਨਾਲ ਤੈਨੂੰ ਸਦ ਬੁੱਧੀ ਪ੍ਰਾਪਤ ਹੋਵੇਗੀ, ਤੈਨੂੰ ਸਮਝ ਆਵੇਗੀ ਉਸ ਮਾਲਕ ਦੀ ਕਿਰਪਾ ਦੀ, ਪਰਮਾਤਮਾ ਦੀ ਤੇਰੇ ਤੇ ਹੋਰ ਕਿਰਪਾ ਹੋਵੇਗੀ। ਤੁਮ ਕਰੋ ਦਿਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਉਸ ਮਾਲਕ ਦੀ ਭਗਤੀ ਕਰੋ, ਉਸਦੇ ਅੱਗੇ ਇਹੀ ਅਰਦਾਸ ਕਰਨੀ ਹੈ, हे ਮਾਲਕ, हे ਵਾਹਿਗੁਰੂ, ਮੈਨੂੰ ਐਸੀ ਮਿਹਰ ਬਖਸ਼, ਮੈਨੂੰ ਐਸੀ ਅਕਲ ਬਖਸ਼ ਕਿ ਮੈਂ ਸਦਾ ਉੱਠਦੇ ਬੈਠਦੇ ਤੈਨੂੰ ਹੀ ਧਿਆਵਾਂ, ਤੇਰੀ ਮਿਹਰ ਪ੍ਰਾਪਤ ਕਰਾਂ, ਤੇਰਾ ਹੱਥ ਸਦਾ ਮੇਰੇ ਸਿਰ ਤੇ ਬਣਿਆ ਰਹੇ। ਸਹਾ ਮਤ ਦਿਓ ਦਿਆਲ ਪ੍ਰਭ, ਜਿਤ ਤੁਮੇ ਅਰਾਦਾ। हे ਪ੍ਰਭੂ, ਮੈਨੂੰ ਉਹ ਸਮਝ ਬਖਸ਼ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾ। ਤੂੰ ਹੀ ਸਾਨੂੰ ਭੋਜਨ ਦਿੰਦਾ ਹੈ, ਤੂੰ ਹੀ ਸਾਨੂੰ ਪਾਲਦਾ ਹੈ, ਤੇਰੀ ਕਿਰਪਾ ਨਾਲ ਹੀ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ, ਹਰ ਇੱਕ ਸਾਹ ਦੇ ਨਾਲ ਸਾਡੀ ਸੰਭਾਲਣਾ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਅਗਰ ਤੈਨੂੰ ਜੀਵਨ ਵਿੱਚ ਕੁਝ ਚਾਹੀਦਾ ਹੈ ਤੇ ਸਾਧ ਜਨਾਂ ਦੀ ਸੇਵਾ ਕਰ, ਸਾਧ ਸੰਗਤ ਦਾ ਸਾਥ ਕਰ, ਸਾਧ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਯਾਦ ਕਰ, ਤੇਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਜਾਣਗੀਆਂ।